मैं घरे सी, मैं घरे बैठी ਨੂੰ ਮੈਨੂੰ फ़ोन आया तो मैं अपनी फैमिली ਨੂੰ ਇਹ ਗੱਲ ਕਹੀ ਤੇ फैमिली ਦੇ ਮੈਂਬਰ ਵੀ ਸਾਰੇ ਸ਼ੌਕਡ ਹੋ ਗਏ ਵੀ ਮੈਨੂੰ ਪਾਰਲੀਮੈਂਟ ਤੋਂ ਕਿਉਂ फ़ोन ਆਇਆ ਹੈ। ਤੇ ਮੈਂ ਬਹੁਤ ਜਾਣੇ ਤੋਂ ਪੁੱਛਿਆ ਵੀ, ਇਨਕੁਆਇਰੀ ਵੀ ਕੀਤੀ ਕਿ ਸੱਚੀ ਇਹ ਗੱਲ ਹੋ ਰਹੀ ਹੈ ਤੇ ਫਰੈਂਡਸ ਨੂੰ ਵੀ ਕਾਲ ਕੀਤਾ ਤੇ ਉਹਨਾਂ ਨੇ ਵੀ ਦੱਸਿਆ ਵੀ ਹਾਂ ਇਹ ਸੱਚਮੁੱਚ ਹੋ ਰਿਹਾ ਹੈ। ਮੇਰੇ ਜਿਹੜੇ ਨਾਲ ਦੇ ਮੇਰੇ ਕਲੀਗਸ ਨੇ, ਸਟਾਫ ਮੈਂਬਰਸ ਨੇ ਜਿੱਥੇ ਮੈਂ ਪੜ੍ਹਾ ਰਹੀ ਹਾਂ ਫਿਲਹਾਲ, ਉਹਨਾਂ ਨੇ ਵੀ ਮੈਨੂੰ ਪੁੱਛਿਆ ਤੇ ਜਿਵੇਂ ਜਿਵੇਂ ਮੈਂ ਦੱਸ ਰਹੀ ਸੀ ਉਹਨਾਂ ਨੂੰ ਸਾਰੀਆਂ ਗੱਲਾਂ ਤੇ ਉਨੀ ਜ਼ਿਆਦਾ ਉਹਨਾਂ ਦੇ ਵਿੱਚ ਵੀ ਐਕਸਾਈਟਮੈਂਟ ਇੱਕ ਜਾਗ ਗਈ। ਉਹ ਵੀ ਖੁਦ ਵੀ ਇਮੈਜਿਨ ਕਰ ਰਹੇ ਸੀ ਵੀ ਹਾਂ ਤੂੰ ਇੱਥੇ ਜਾ ਕੇ ਆਈ ਆ, ਤੂੰ ਇਹਨਾਂ ਨੂੰ ਮਿਲੀ ਆ ਤੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਮੇਰਾ। ਤਾਂ ਸਿਹਤਮੰਦ ਪੰਜਾਬ ਦਾ ਸੁਪਨਾ ਜਿਹੜਾ ਉਹ ਸਾਕਾਰ ਹੋ ਰਿਹਾ ਹੈ। ਅਸੀਂ 15 ਅਗਸਤ ਨੂੰ 100 ਆਮ ਆਦਮੀ ਕਲੀਨਿਕ ਲੋਕਾਂ ਦੇ ਸਮਰਪਿਤ ਕੀਤੇ ਸੀ ਤੇ ਮੈਨੂੰ ਦੱਸਦਿਆਂ ਇਹ ਖੁਸ਼ੀ ਹੋ ਰਹੀ ਹੈ ਕਿ ਲੋਕਾਂ ਨੇ ਇਸ ਨੂੰ ਬਹੁਤ ਵੈਲਕਮ ਕੀਤਾ ਤੇ ਸਵਾਗਤ ਕੀਤਾ। ਹੁਣ ਤੱਕ 7.5 ਲੱਖ ਲੋਕ ਇੱਥੇ OPD ਦਾ ਫਾਇਦਾ ਲੈ ਚੁੱਕੇ ਨੇ। 1 ਲੱਖ ਤੋਂ ਜ਼ਿਆਦਾ ਲੋਕ ਇਹਨਾਂ ਕਲੀਨਿਕਾਂ ਦੇ ਵਿੱਚ ਮੁਫਤ ਟੈਸਟ ਕਰਾ ਚੁੱਕੇ ਨੇ। ਦਵਾਈਆਂ ਸਾਰੀਆਂ ਮੁਫਤ ਮਿਲਦੀਆਂ ਨੇ ਤੇ ਮੈਨੂੰ ਦੱਸਦਿਆਂ ਇੱਕ ਹੋਰ ਖੁਸ਼ੀ ਹੋ ਰਹੀ ਹੈ ਕਿ 27 ਜਨਵਰੀ ਨੂੰ 500 ਮੁਹੱਲਾ ਕਲੀਨਿਕ ਹੋਰ ਜਿਹੜੇ ਨੇ ਉਹ ਲੋਕਾਂ ਦੇ ਸਮਰਪਿਤ ਕੀਤੇ ਜਾਣਗੇ ਤਾਂ ਕਿ ਅਸੀਂ ਰੰਗਲਾ ਪੰਜਾਬ ਜਿਹੜਾ ਬਣਾਉਣਾ ਹੈ ਉਹ 'ਚ ਸਿਹਤਮੰਦ ਪੰਜਾਬ ਵੀ ਸ਼ਾਮਲ ਹੋਵੇ। ਮੁਫਤ ਦਵਾਈ, ਮੁਫਤ ਇਲਾਜ, ਨਿਖਰ ਰਿਹਾ ਪੰਜਾਬ। ਸਭ ਤੋਂ ਪਹਿਲਾਂ ਅਸੀਂ ਪਾਰਲੀਮੈਂਟ ਦਾ ਜਿਹੜਾ ਮੇਨ ਡਾਈਨਿੰਗ ਹਾਲ ਸੀ ਉੱਥੇ ਗਏ, ਸਾਨੂੰ ਉੱਥੇ ਲੰਚ ਕਰਵਾਇਆ ਤੇ ਉਸ ਤੋਂ ਬਾਅਦ ਅੱਧੇ ਘੰਟੇ ਤੋਂ ਬਾਅਦ ਸਾਨੂੰ ਫਿਰ ਮੇਨ ਹਾਲ ਦੇ ਵਿੱਚ ਲੈ ਕੇ ਗਏ, ਸੈਂਟਰਲ ਹਾਲ ਦੇ ਵਿੱਚ, ਜਿੱਥੇ ਅਟਲ ਬਿਹਾਰੀ ਵਾਜਪਾਈ ਜੀ ਤੇ ਮਦਨ ਮੋਹਨ ਮਾਲਵੀਆ ਜੀ ਦਾ ਬਰਥ ਐਨੀਵਰਸਰੀ ਮਨਾਇਆ ਜਾ ਰਿਹਾ ਸੀ। ਤੇ ਉਸੇ ਇਵੈਂਟ ਦੇ ਵਿੱਚ ਮੈਂ ਬਹੁਤ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਨੂੰ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਦੇਖਣ ਦਾ, ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ। ਹਾਂਜੀ ਹਾਂਜੀ ਬਿਲਕੁਲ। ਕੋਈ ਅਜਿਹੀ ਅਨੋਖੀ ਯਾਦ ਜਿਹੜੀ ਤੁਹਾਡੇ ਦਿਲ ਦੇ ਬੜੀ ਕਰੀਬ ਹੋਵੇ, ਜਿਹਨੂੰ ਤੁਸੀਂ ਕਦੇ ਨਾ ਭੁੱਲ ਸਕੋ, ਜਾਂ ਫਿਰ ਉਹਨੂੰ ਹਰ ਇੱਕ ਨਾਲ ਸਾਂਝੀ ਕਰਦੇ ਹੋਵੇ, ਕੋਈ ਅਜਿਹੀ ਯਾਦ ਹੈ ਉਸ ਫਿਰ ਪਾਰਲੀਮੈਂਟ ਦੀ? ਉਹ ਅਲੱਗ-ਅਲੱਗ ਸਟੇਟ ਦੇ ਵਿੱਚੋਂ ਬੱਚੇ ਆਏ ਸੀ। ਕੋਈ ਕਰਨਾਟਕ ਤੋਂ ਸੀ, ਕੋਈ ਤਾਮਿਲਨਾਡੂ ਤੋਂ ਸੀ, ਕੋਈ ਅਸਾਮ ਦਾ ਸੀ। ਅਸੀਂ ਪੰਜਾਬ ਤੋਂ ਗਏ ਸੀ, 3 ਜਣੇ ਗਏ ਸੀ ਅਸੀਂ। ਤੇ ਉਹਨਾਂ ਨਾਲ ਗੱਲਾਂ ਕਰਕੇ ਇੱਦਾਂ ਲੱਗਦਾ ਸੀ ਜਿਵੇਂ ਕਿ ਇੱਕ ਵਰਡ ਹੈ ਨਾ ਜੋ ਆਪਾਂ ਹਰ ਸਪੀਚ ਦੇ ਵਿੱਚ ਬੋਲਦੇ ਆ, ਯੂਨਿਟੀ ਇਨ ਡਾਈਵਰਸਿਟੀ। ਤੇ ਉਹ ਚੀਜ਼ ਦੇਖਣ ਨੂੰ ਮਿਲੀ ਵੀ ਆਪਾਂ ਭਾਰਤ ਦੇ ਵਿੱਚ, ਆਲ ਓਵਰ ਇੰਡੀਆ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਲੋਕ ਰਹਿ ਰਹੇ ਆ, ਵੱਖ-ਵੱਖ ਭਾਸ਼ਾਵਾਂ ਦੇ ਲੋਕ ਰਹਿ ਰਹੇ ਆ। ਤੇ ਫਿਰ ਵੀ ਉੱਥੇ ਜਾ ਕੇ ਪਹਿਲੇ ਦਿਨ ਤਾਂ ਬਹੁਤ ਹੀ ਔਡ ਫੀਲ ਹੋ ਰਿਹਾ ਸੀ ਵੀ ਕਿਵੇਂ ਉਹਨਾਂ ਨਾਲ ਗੱਲਬਾਤ ਕਰੀਏ। ਪਰ 25 ਤਰੀਕ ਦਾ ਜੋ ਇਵੈਂਟ ਸੀ, ਅਸੀਂ ਪੂਰਾ ਦਿਨ ਇਕੱਠੇ ਰਹੇ, ਬਹੁਤ ਸਾਰੀਆਂ ਗੱਲਾਂ ਹੋਈਆਂ ਆਪਸ ਦੇ ਵਿੱਚ ਤੇ ਉਹ ਮਤਲਬ ਕਿ ਉਹ ਮੂਮੈਂਟ ਬਹੁਤ ਹੀ ਪ੍ਰੈਸ਼ੀਅਸ ਸੀ ਮੇਰੇ ਲਈ, ਕਿਉਂਕਿ ਮੈਂ ਦੂਸਰੇ ਧਰਮਾਂ ਦੇ ਨਾਲ ਮਿਲ ਰਹੀ ਸੀ, ਉਹਨਾਂ ਨਾਲ ਕੰਟੈਕਟ, ਉਹਨਾਂ ਨਾਲ ਕਨਵਰਸੇਸ਼ਨ ਕਰਕੇ ਬਹੁਤ ਵਧੀਆ ਲੱਗਿਆ ਮੈਨੂੰ। ਜਿੱਥੋਂ ਦੀ ਪਹਿਲਾਂ ਕਦੇ ਮਹਾਤਮਾ ਗਾਂਧੀ ਜੀ ਜਾਂ ਜਵਾਹਰ ਲਾਲ ਨਹਿਰੂ ਜੀ ਜਾਂ ਅਟਲ ਬਿਹਾਰੀ ਵਾਜਪਾਈ ਜਿੱਥੋਂ ਦੀ ਲੰਘ ਕੇ ਗੁਜ਼ਰ ਕੇ ਗਏ ਆ, ਅਸੀਂ ਉਹਨਾਂ ਰਾਵਾਂ ਤੋਂ ਤੁਰ ਕੇ ਗਏ ਹਾਂ। ਬਹੁਤ ਹੀ ਜ਼ਿਆਦਾ ਪ੍ਰਾਊਡ ਫੀਲ ਹੁੰਦਾ ਮੈਨੂੰ। ਮੈਂ ਇਮੈਜਿਨ, ਮੈਂ ਮਤਲਬ ਕਿ ਮੇਰੇ ਕੋਲ ਸ਼ਬਦ ਨਹੀਂ ਹੈਗੇ ਬੋਲਣ ਵਾਸਤੇ ਵੀ ਮੈਂ ਕਿੰਨਾ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ। ਦੋਸਤੋ ਅੱਜ ਕਹਾਣੀ ਇੱਕ ਬੱਚੀ ਦੀ ਹੋਊਗੀ, ਅੱਜ ਕਹਾਣੀ ਇੱਕ ਕੁੜੀ ਦੀ ਹੋਊਗੀ। ਅਕਸਰ ਜੇਕਰ ਆਪਾਂ ਕੁੜੀਆਂ ਦੀ ਜਿੱਥੇ ਗੱਲ ਚੱਲਦੀ ਤਾਂ ਇਹ ਗੱਲ ਕਹੀ ਜਾਂਦੀ ਹੈ, ਕਹਿੰਦੇ ਅੱਜ ਕੱਲ੍ਹ ਸਮਾਜ ਦੇ ਵਿੱਚ ਜੇਕਰ ਕੋਈ ਨਾਮ ਚਮਕਾਉਣ ਦਾ ਜ਼ਿਕਰ ਆਉਂਦਾ ਹੈ ਜਾਂ ਫਿਰ ਕਹਿ ਸਕਦਾ ਕੋਈ ਬੁਲੰਦੀਆਂ ਹਾਸਲ ਕਰਨ ਦਾ ਜ਼ਿਕਰ ਆਉਂਦਾ ਤਾਂ ਕੁੜੀਆਂ ਦਾ ਨਾਮ ਪਹਿਲ ਦੇ ਆਧਾਰ 'ਤੇ ਲਿਆ ਜਾਂਦਾ। ਤੇ ਅੱਜ ਅਜਿਹੀ ਇੱਕ ਲੜਕੀ ਨਾਲ ਤੁਹਾਡੀ ਮੁਲਾਕਾਤ ਵੀ ਕਰਾਊਂਗਾ। ਮੇਰੇ ਨਾਲ ਮੈਂ ਭੋਤਨਾ ਪਿੰਡ ਦੇ ਵਿੱਚ ਬੈਠਾ ਦੋਸਤੋ। ਅੱਜ ਭੋਤਨਾ ਪਿੰਡ ਜ਼ਿਲ੍ਹਾ ਬਰਨਾਲਾ ਪੈ ਜਾਂਦਾ ਗਾ ਇਸ ਨੂੰ। ਅਸੀਂ ਇਸ ਪਿੰਡ ਦੇ ਵਿੱਚ ਬੈਠਾਂਗੇ ਤੇ ਸਾਡੇ ਨਾਲ ਡਿੰਪੀ ਕੌਰ ਹੋਊਗੀ। ਡਿੰਪੀ ਕੌਰ ਬੱਚੀ ਦਾ ਇੱਕ ਅਜਿਹਾ ਸੁਪਨਾ ਸਾਕਾਰ ਹੋਇਆ, ਇੱਕ ਅਜਿਹਾ ਸੁਪਨਾ ਪੂਰਾ ਹੋਇਆ ਜਿਸ ਨੂੰ ਜੇਕਰ ਆਪਾਂ ਤੁਹਾਡੇ ਸਨਮੁਖ ਰੱਖੀਏ ਤਾਂ ਬੜਾ ਇੱਕ ਹੁਲਾਰਾ ਦੇਣ ਵਾਲੀ ਗੱਲ ਹੋ ਜਾਂਦੀ ਹੈਗੀ। ਜਿਵੇਂ ਕਹਿੰਦੇ ਹੁੰਦੇ ਨੇ, ਕਹਿੰਦੇ ਭਾਈ ਜ਼ਿੰਦਗੀ ਦੇ ਵਿੱਚ ਇੱਕ ਅਜਿਹਾ ਮੁਕਾਮ ਆਉਂਦਾ ਹੈ, ਇਹ ਜ਼ਿੰਦਗੀ ਦੇ ਵਿੱਚ ਇੱਕ ਅਜਿਹਾ ਪੜਾਅ ਆਉਂਦਾ ਜਿਹੜਾ ਜ਼ਿੰਦਗੀ ਦਾ ਮੋੜ ਬਦਲ ਕੇ ਰੱਖ ਦਿੰਦਾ ਹੈ। ਸੋ ਇੱਕ ਅਜਿਹਾ ਮੁਕਾਮ ਆਇਆ, ਅਜਿਹੀ ਮੰਜ਼ਿਲ ਹਾਸਲ ਹੋਈ ਤੇ ਕਿ ਬੱਚੀ ਦਾ ਇੱਕ ਜ਼ਿੰਦਗੀ ਦਾ ਸਫ਼ਰ ਬਦਲ ਕੇ ਰੱਖ ਦਿੱਤਾ। ਬੱਚੀ ਨੇ ਇੱਕ ਭਾਸ਼ਣ ਮੁਕਾਬਲੇ ਦੇ ਵਿੱਚ
ਹਿੱਸਾ ਲੈਤਾ ਤੇ ਹਿੱਸੇ ਦੇ ਭਾਸ਼ਣ ਮੁਕਾਬਲੇ ਦੇ ਵਿੱਚੋਂ ਪੋਜੀਸ਼ਨ ਵੀ ਹਾਸਲ ਕੀਤੀ ਤੇ ਪੋਜੀਸ਼ਨ ਹਾਸਲ ਕਰਨ ਤੋਂ ਬਾਅਦ ਇੱਕ ਵੱਡਾ ਮਕਾਮ ਮਿਲਿਆ ਕਿ ਪਾਰਲੀਮੈਂਟ ਦੇ ਵਿੱਚ ਜਾਣ ਦਾ ਵੱਡਾ ਮਕਾਮ ਹਾਸਲ ਕੀਤਾ। ਸਾਰੀਆਂ ਗੱਲਾਂ ਆਪਾਂ ਕਰਾਂਗੇ, ਸਾਰੇ ਸੁਪਨਾ ਕਿਸ ਤਰ੍ਹਾਂ ਸੁਪਨਾ ਸਾਕਾਰ ਹੋਇਆ, ਕਿਸ ਤਰ੍ਹਾਂ ਜਿਸ ਦੀ ਤਿਆਰੀ ਕਰੀ, ਸਾਰੀਆਂ ਗੱਲਾਂ ਬਾਤਾਂ ਜ਼ਿੰਦਗੀ ਦੀਆਂ ਵੀ ਕਰਾਂਗੇ। ਸਾਡੇ ਨਾਲ ਬੇਟੀ ਡਿੰਪੀ ਕੌਰ ਜੀ ਹੋਣਗੇ, ਦਾ ਪਰਿਵਾਰ ਵੀ ਹੋਊਗਾ, ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਪਹਿਲਾਂ ਤਾਂ ਮੈਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਦੇਣਾ ਚਾਹੂੰਗਾ ਕਿ ਤੁਸੀਂ ਇੱਕ ਵੱਡਾ ਮਕਾਮ ਹਾਸਲ ਕੀਤਾ, ਕਿਉਂਕਿ ਨਾ ਜੇਕਰ ਆਪਾਂ ਆਮ ਸਮਾਜ ਦੀ ਗੱਲ ਕਰ ਲਈ ਨਾ, ਪਾਰਲੀਮੈਂਟ ਮੇਰੇ ਖਿਆਲ ਨਾਲ ਹਰ ਇੱਕ ਦਾ ਸੁਪਨਾ ਹੁੰਦਾ ਹੈ ਯਾਰ ਵੀ ਕਾਸ਼ ਮੈਂ ਵੀ ਉੱਥੇ ਜਾ ਸਕਾਂ, ਮੈਂ ਵੀ ਉੱਥੇ ਦਾ ਮਾਹੌਲ ਦੇਖ ਸਕਾਂ, ਮੈਂ ਵੀ ਉੱਥੇ ਦਾ ਐਟਮੋਸਫੇਅਰ ਦੇਖ ਸਕਾਂ। ਤੁਸੀਂ ਉਹ ਚੀਜ਼ ਨੂੰ ਦੇਖਿਆ ਹੈਗਾ। ਪਹਿਲਾਂ ਤਾਂ ਮੈਂ ਪੁੱਛਣਾ ਚਾਹੂੰਗਾ ਕਿ ਭਾਵਨਾਵਾਂ ਕਿਹੋ ਜਿਹੀਆਂ ਸੀਗੀਆਂ? ਭਾਵਨਾਵਾਂ ਤਾਂ ਸਰ ਬਹੁਤ ਵਧੀਆ ਸੀ, ਕਿਉਂਕਿ ਪਾਰਲੀਮੈਂਟ ਜਾਣਾ ਹੀ ਬਹੁਤ ਵੱਡੀ ਅਚੀਵਮੈਂਟ ਸੀ ਮੇਰੇ ਲਈ। ਤੇ ਮੈਂ ਈਵਨ ਕਿ ਮੈਨੂੰ ਪਹਿਲਾਂ 3 ਤਰੀਕ ਵਾਸਤੇ 3 ਦਸੰਬਰ ਵਾਸਤੇ ਚੂਜ਼ ਕੀਤਾ ਗਿਆ ਸੀ, ਸਿਲੈਕਟ ਕੀਤਾ ਗਿਆ ਸੀ, ਪਰ ਮੈਂ ਨਹੀਂ ਜਾ ਪਾਈ ਕੁਝ ਇਸ਼ੂ ਦੇ ਕਰਕੇ, ਤੇ ਮੈਨੂੰ 25 ਦਸੰਬਰ ਪਾਰਲੀਮੈਂਟ ਜਾਣ ਦਾ ਮੌਕਾ ਮਿਲਿਆ। ਫਿਰ ਅੱਜ ਫਿਰ ਜਦ ਪਾਰਲੀਮੈਂਟ ਦੀ ਪਹਿਲੀ ਕਾਲ ਆਈ ਸੀ ਨਾ, ਕਿਉਂਕਿ ਫੋਰ ਐਗਜ਼ਾਮਪਲ ਕੀ ਹੁੰਦਾ ਹੈਗਾ ਜਦੋਂ ਆਪਾਂ ਮਤਲਬ ਚਲੋ ਜਿਹੜਾ ਤੁਹਾਡਾ ਕੰਪੀਟੀਸ਼ਨ ਹੋਇਆ ਨਾ, ਭਾਸ਼ਣ ਮੁਕਾਬਲਾ ਹੋਇਆ, ਉਹ ਤੁਸੀਂ ਸੈਕੰਡ ਰੈਂਕ ਹਾਸਲ ਕੀਤਾ ਨਾ ਤੁਸੀਂ ਨੇ, ਖੁਸ਼ੀ ਹੋ ਜਾਂਦੀ ਹੈਗੀ। ਸਮਾਂ ਬੀਤਦਾ ਜਾਂਦਾ ਹੈਗਾ, ਜਦੋਂ ਸਮਾਂ ਕਾਫੀ ਬੀਤ ਜਾਂਦਾ ਤਾਂ ਇੱਕ ਜ਼ਿੰਦਗੀ ਦੇ ਆਪਾਂ ਨਵੇਂ ਉਲਝੇਵਿਆਂ ਦੇ ਵਿੱਚ ਉਲਝ ਜਾਂਦੇ ਹੈਗੇ। ਫਿਰ ਜਦੋਂ ਕਾਫੀ ਲੰਮਾ ਸਮਾਂ ਬਾਅਦ ਮੇਰੇ ਖਿਆਲ ਤੁਹਾਨੂੰ ਪਾਰਲੀਮੈਂਟ ਤੋਂ ਕਾਲ ਆਈ, ਫਿਰ ਜਦੋਂ ਪਹਿਲੀ ਕਾਲ ਆਈ ਪਹਿਲਾਂ ਯਕੀਨ ਹੋ ਗਿਆ ਸੀਗਾ ਯਾਰ ਵੀ ਹਾਂ ਇਹ ਮੈਨੂੰ ਪਾਰਲੀਮੈਂਟ ਤੋਂ ਮੈਨੂੰ ਹੀ ਕਾਲ ਆਈ ਹੈ, ਮੈਨੂੰ ਹੀ ਇਨਵੀਟੇਸ਼ਨ ਆ ਰਿਹਾ ਹੈਗਾ? ਓਨੈਸਟਲੀ ਕਹਾਂ ਤਾਂ ਬਿਲਕੁਲ ਵੀ ਕੋਈ ਮੈਂ ਇਮੇਜਿਨ ਵੀ ਨਹੀਂ ਕੀਤਾ ਸੀ ਵੀ ਮੈਨੂੰ ਵੀ ਕਾਲ ਆ ਸਕਦਾ ਇਸ ਤਰ੍ਹਾਂ ਦਾ ਕੋਈ ਪਾਰਲੀਮੈਂਟ ਤੋਂ। ਅੱਛਾ, ਹਾਂਜੀ। ਫਿਰ ਵੀ ਕਿੱਦਾਂ ਨਹੀਂ ਮੰਨ ਲਓ ਜਦੋਂ ਪਹਿਲੀ ਕਾਲ ਆਈ ਫਿਰ ਸਾਂਝਾ ਕਿਹਦੇ ਨਾਲ ਕਰਿਆ ਸੀਗਾ? ਪਾਪਾ ਨੂੰ ਦੱਸਿਆ ਸੀ, ਮੰਮਾ ਨੂੰ ਦੱਸਿਆ ਜਾਂ ਕਿਸੇ ਫਰੈਂਡ ਨਾਲ ਸ਼ੇਅਰ ਕੀਤਾ ਸੀਗਾ ਵੀ ਮੈਨੂੰ ਇਦਾਂ ਦੀ ਕੋਈ ਕਾਲ ਆਈ ਹੈਗੀ? ਕਿਹਦੇ ਨਾਲ ਸ਼ੇਅਰ ਕੀਤਾ ਸੀ ਪਹਿਲਾਂ? ਓਬਵੀਅਸਲੀ ਮੈਂ ਘਰੇ ਸੀ, ਮੈਂ ਘਰੇ ਬੈਠੀ ਨੂੰ ਹੀ ਮੈਨੂੰ ਫੋਨ ਆਇਆ ਤੇ ਮੈਂ ਆਪਣੀ ਫੈਮਿਲੀ ਨੂੰ ਇਹ ਗੱਲ ਕਹੀ, ਤੇ ਫੈਮਿਲੀ ਦੇ ਮੈਂਬਰ ਵੀ ਸਾਰੇ ਸ਼ੌਕਡ ਹੋ ਗਏ ਵੀ ਮੈਨੂੰ ਪਾਰਲੀਮੈਂਟ ਤੋਂ ਕਿਉਂ ਫੋਨ ਆਇਆ ਹੈ। ਤੇ ਮੈਂ ਬਹੁਤ ਜਾਣੇ ਤੋਂ ਪੁੱਛਿਆ ਵੀ, ਇਨਕੁਆਇਰੀ ਵੀ ਕੀਤੀ ਕਿ ਸੱਚੀ ਇਹ ਗੱਲ ਹੋ ਰਹੀ ਹੈ, ਤੇ ਫਰੈਂਡਸ ਨੂੰ ਵੀ ਕਾਲ ਕੀਤਾ ਤੇ ਉਹਨਾਂ ਨੇ ਵੀ ਦੱਸਿਆ ਵੀ ਹਾਂ ਇਹ ਸੱਚਮੁੱਚ ਹੋ ਰਿਹਾ ਹੈ, ਕਿਉਂਕਿ ਉਹ ਹਰੇਕ ਜ਼ਿਲ੍ਹੇ ਦੇ ਵਿੱਚੋਂ ਇਸ ਤਰ੍ਹਾਂ ਬੱਚਿਆਂ ਨੂੰ ਪਾਰਲੀਮੈਂਟ ਆਉਣ ਦਾ ਮੌਕਾ ਦੇ ਰਹੇ ਸੀ। ਹਾਂਜੀ ਰਾਜੇ, ਇੱਕ ਨਾ ਦਿਲ ਦੇ ਵਿੱਚ ਫੀਲਿੰਗ ਹੁੰਦੀਆਂ ਨੇਗੀਆਂ ਹੈ ਨਾ ਹਰ ਇੱਕ ਆਪਣੀਆਂ, ਜਿਵੇਂ ਫੋਰ ਐਗਜ਼ਾਮਪਲ ਮੰਨ ਲਓ ਚਲੋ ਤੁਹਾਨੂੰ ਜਿਵੇਂ ਕੰਪੀਟੀਸ਼ਨ ਰਿਹਾ ਸੀ, ਪਤਾ ਸੀਗਾ ਵੀ ਪਾਰਲੀਮੈਂਟ ਦੇ ਵਿੱਚ ਜਾਣ ਦਾ ਹਿੱਸਾ ਮਿਲ ਸਕਦਾ ਹੈਗਾ, ਪਰ ਸ਼ੋਰ ਨਹੀਂ ਹੁੰਦਾ ਯਾਰ ਵੀ ਮੈਂ ਵੀ ਹੋਊਂਗਾ ਜਾਂ ਕੋਈ ਹੋਰ ਵੀ ਹੋ ਸਕਦੇ ਹੈ ਨਾ। ਫਿਰ ਜਦੋਂ ਪਤਾ ਲੱਗਿਆ ਸੀਗਾ ਵੀ ਮੈਨੂੰ ਕਾਲ ਆ ਚੁੱਕੀ ਹੈਗੀ ਹੈ ਨਾ, ਜਾਂ ਫਿਰ ਮੈਂ ਸਿਲੈਕਟ ਹੋ ਚੁੱਕੀ ਹੈਗੀ, ਫਿਰ ਨਾ ਇੱਕ ਜ਼ਿਹਨ ਦੇ ਵਿੱਚ ਨਾਲ ਸਵਾਲ ਵੀ ਚੱਲਣੇ ਸ਼ੁਰੂ ਹੋ ਜਾਂਦੇ ਨੇਗੇ ਵੀ ਉੱਥੇ ਮੈਂ ਜਾਊਂਗੀ, ਉੱਥੇ ਜਾ ਕੇ ਮਾਹੌਲ ਕਿੱਦਾਂ ਦਾ ਹੋਊਗਾ, ਜਾਂ ਫਿਰ ਇੱਕ ਦਿਲ ਦੇ ਵਿੱਚ ਸੁਪਨਾ ਹੁੰਦਾ ਯਾਰ ਵੀ ਉੱਥੇ ਜਾ ਕੇ ਮੈਂ ਇਸ ਲੀਡਰ ਨੂੰ ਜਾਂ ਇਸ ਐਮਪੀ ਨੂੰ ਮਿਲਣਾਗਾ। ਕੋਈ ਹੈ ਸੀ ਦਿਲ ਦੇ ਵਿੱਚ ਅਜਿਹੀ ਤਮੰਨਾ? ਹਾਂਜੀ ਬਿਲਕੁਲ, ਮਤਲਬ ਕਿ ਜਦੋਂ ਕਾਲ ਆ ਗਈ ਮੇਰੇ ਮਾਈਂਡ ਦੇ ਵਿੱਚ ਹੀ ਇਮੇਜਿਨ ਸ਼ੁਰੂ ਹੋ ਗਏ ਕਿ ਮੈਂ ਪਹਿਲੀ ਗੱਲ ਤਾਂ ਜਾਣਦਾ ਹੀ ਸੀਗਾ ਵੀ ਮੈਂ ਜਾਊਂਗੀ ਕਿਵੇਂ, ਕਿਉਂਕਿ ਕਦੇ ਵੀ ਪੇਰੈਂਟਸ ਨੇ ਮੈਨੂੰ ਇਸ ਤਰ੍ਹਾਂ ਬਾਹਰ ਭੇਜਣ ਤੋਂ ਹੈਜ਼ਿਟੇਸ਼ਨ ਹੋਈ ਹੈ ਉਹਨਾਂ ਨੂੰ ਹਮੇਸ਼ਾ ਹੀ, ਤੇ ਪਰ ਫਿਰ ਵੀ ਪੇਰੈਂਟਸ ਦੇ ਸਪੋਰਟ ਦੇ ਨਾਲ, ਫਰੈਂਡਸ ਦੇ ਸਪੋਰਟ ਦੇ ਨਾਲ ਮੈਂ ਉੱਥੇ ਤੱਕ ਪਹੁੰਚੀ। ਤੇ ਜਾ ਕੇ ਸਭ ਤੋਂ ਪਹਿਲਾਂ ਮਤਲਬ ਕਿ ਜਿੱਥੇ ਸਾਨੂੰ ਸਟੇ ਕਰਵਾਈ ਗਈ ਵੈਸਟਰਨ ਕੋਰਟ ਐਨੈਕਸ ਦੇ ਵਿੱਚ, ਬਹੁਤ ਹੀ ਹਾਈ ਕਲਾਸ ਰਨਾਊਂਡ ਇੱਕ ਹੋਟਲ ਸੀ ਉੱਥੇ ਜਿੱਥੇ ਐਮਪੀਜ਼ ਰਹਿੰਦੇ ਆ, ਬਹੁਤ ਹੀ ਅੱਛਾ ਉਹਨਾਂ ਦਾ ਖਾਣਾ ਸੀ, ਗੁਜਰਾਤੀ ਡਿਸ਼ਸ ਸੀ ਸਪੈਸ਼ਲੀ ਉੱਥੇ, ਤੇ ਨਾਲ ਮੇਰੇ ਮਦਰ ਵੀ ਗਏ ਸੀ ਤੇ ਸਾਨੂੰ ਦੋਨਾਂ ਨੂੰ ਉੱਥੇ ਬਹੁਤ ਹੀ ਵਧੀਆ ਰਹਿਣ ਸਹਿਣ ਸੀਗਾ ਉੱਥੇ ਉਹਨਾਂ ਦਾ। ਤੇ ਉਸ ਤੋਂ ਬਾਅਦ ਜਿਵੇਂ 25 ਦਾ ਇਵੈਂਟ ਸੀ, 24 ਨੂੰ ਅਸੀਂ ਉੱਥੇ ਸਟੇ ਕੀਤੀ, 25 ਦਾ ਸਾਡਾ ਇਵੈਂਟ ਸੀ, 25 ਨੂੰ ਸਵੇਰੇ ਸਾਨੂੰ ਮਾਰਨਿੰਗ ਹੀ 8 ਵਜੇ ਸਾਡਾ ਜਿਹੜਾ ਦੌਰਾ ਸ਼ੁਰੂ ਹੋਇਆ ਪਾਰਲੀਮੈਂਟ ਦਾ। ਸਭ ਤੋਂ ਪਹਿਲਾਂ ਅਸੀਂ ਪਾਰਲੀਮੈਂਟ ਦਾ ਜਿਹੜਾ ਮੇਨ ਡਾਈਨਿੰਗ ਹਾਲ ਸੀ ਉੱਥੇ ਗਏ, ਸਾਨੂੰ ਉੱਥੇ ਲੰਚ ਕਰਵਾਇਆ, ਤੇ ਉਸ ਤੋਂ ਬਾਅਦ ਅੱਧੇ ਘੰਟੇ ਤੋਂ ਬਾਅਦ ਸਾਨੂੰ ਫਿਰ ਮੇਨ ਹਾਲ ਦੇ ਵਿੱਚ ਲੈ ਕੇ ਗਏ, ਸੈਂਟਰਲ ਹਾਲ ਦੇ ਵਿੱਚ, ਜਿੱਥੇ ਅਟਲ ਬਿਹਾਰੀ ਵਾਜਪਾਈ ਜੀ ਤੇ ਮਦਨ ਮੋਹਨ ਮਾਲਵੀਆ ਜੀ ਦਾ ਬਰਥ ਐਨੀਵਰਸਰੀ ਮਨਾਇਆ ਜਾ ਰਿਹਾ ਸੀ। ਤੇ ਉਸੇ ਇਵੈਂਟ ਦੇ ਵਿੱਚ ਮੈਂ ਬਹੁਤ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਨੂੰ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਦੇਖਣ ਦਾ, ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ। ਹਾਂਜੀ ਹਾਂਜੀ ਬਿਲਕੁਲ। ਕੀ ਬਾਤ। ਹਾਂਜੀ, ਜਦੋਂ ਨਾ ਆਪਾਂ ਜਿਵੇਂ ਫੋਰ ਐਗਜ਼ਾਮਪਲ ਮੰਨ ਲਓ ਨਰਿੰਦਰ ਮੋਦੀ ਜੀ ਦਾ ਤੁਸੀਂ ਜ਼ਿਕਰ ਕੀਤਾ ਨਾ, ਮੰਨ ਲਓ ਮੈਂ ਕਹਿੰਦਾ ਕੋਈ ਪੰਜਾਬ ਦਾ ਅਜਿਹਾ ਬੱਚਾ, ਕੋਈ ਸ਼ਖਸ ਨਹੀਂ ਹੋਊਗਾ ਜਿਹੜਾ ਉਹਨਾਂ ਨੂੰ ਨਾ ਜਾਣਦਾ ਹੋਵੇ ਹੈ ਨਾ। ਫਿਰ ਜਦੋਂ ਬਾਏ ਫੇਸ ਅਜਿਹੀਆਂ ਸ਼ਖਸੀਅਤਾਂ ਨੂੰ ਫੇਸ ਕਰਨ ਦਾ ਮੌਕਾ ਮਿਲਦਾ ਹੈ, ਫਿਰ ਇੱਕ ਦਿਲ ਦੇ ਵਿੱਚ ਕਹਿੰਦੇ ਐਕਸਾਈਟਮੈਂਟ ਤਾਂ ਹੁੰਦੀ ਹੈ ਨਾ ਯਾਰ ਵੀ ਮੈਂ ਵੀ ਮਿਲਾਂ ਉਹਨਾਂ ਨੂੰ, ਜਾ ਕੇ ਉਹਨਾਂ ਨਾਲ ਗੱਲਾਂ ਕਰਨ ਦਾ ਮੌਕਾ ਮਿਲਿਆ ਵੈਸੇ? ਨਹੀਂ ਸਰ, ਕਿਉਂਕਿ ਉਹ ਆਏ ਤੇ ਉਹਨਾਂ ਨੇ ਸ਼ਰਧਾਂਜਲੀ ਅਰਪਿਤ ਕੀਤੀ ਦੋਨੋਂ ਲੀਡਰਸ ਨੂੰ, ਤੇ
ਚਲੇ ਗਏ ਕਿਉਂਕਿ ਉਹਨਾਂ ਨੇ ਕਿਸੇ ਹੋਰ ਇਵੈਂਟ ਦੇ ਵਿੱਚ ਵੀ ਜਾਣਾ ਸੀਗਾ ਕਿ ਸਾਨੂੰ ਕਿਹਾ ਹੋਇਆ ਸੀ ਕਿ ਤੁਸੀਂ ਜ਼ਿਆਦਾ ਅਪਰੋਚ ਨਾ ਕਰਿਓ ਉਹਨਾਂ ਨੂੰ ਕਿਉਂਕਿ ਉਹਨਾਂ ਕੋਲ ਇੰਨਾ ਜ਼ਿਆਦਾ ਟਾਈਮ ਨਹੀਂ ਹੈਗਾ। ਬਿਲਕੁਲ। ਬਸ ਦੇਖਣ ਦਾ ਹੀ ਮੌਕਾ ਮਿਲ ਗਿਆ, ਸਾਡੇ ਕੋਲ ਦੀ ਗੁਜ਼ਰੇ, ਬਸ ਉਹੀ ਬਹੁਤ ਸੀ ਮੇਰੇ ਲਈ। ਉਹੀ ਬਹੁਤ ਸੀਗਾ। ਹਾਂਜੀ। ਫਿਰ ਮਾਤਾ ਜੀ ਵੀ ਤੁਹਾਡੇ ਨਾਲ ਸੀਗੇ? ਨਹੀਂ, ਪਾਰਲੀਮੈਂਟ ਨੂੰ ਸਿਰਫ ਬੱਚਿਆਂ ਨੂੰ ਹੀ ਜਾਣ ਦੀ ਇਜਾਜ਼ਤ ਸੀ। ਮਦਰ ਮੇਰੇ ਹੋਟਲ ਦੇ ਵਿੱਚ ਹੀ ਹੋਟਲ ਦੇ ਵਿੱਚ ਰਹੇ। ਰਹੇ। ਹਾਂਜੀ। ਮਾਤਾ ਜੀ ਨਾਲ ਵੀ ਗੱਲਬਾਤ ਕਰਨੀ ਚਾਹਾਂਗੇ ਮੈਂ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਕੀ ਨਾਮ ਹੈ ਜੀ? ਮਨਜੀਤ ਕੌਰ ਜੀ। ਆਂਟੀ ਜੀ, ਫਿਰ ਜਦੋਂ ਪਤਾ ਲੱਗਿਆ ਵੀ ਬੱਚੀ ਨੂੰ ਕਾਲ ਆ ਚੁੱਕੀ ਹੈਗੀ ਨਾ, ਬੱਚੀ ਨੇ ਇੱਕ ਮੁਕਾਮ ਹਾਸਲ ਕਰ ਲਿਆ, ਮੈਂ ਕਿਹਾ ਨਾ ਕਾਫੀ ਲੋਕਾਂ ਦਾ ਹਜੇ ਸੁਪਨਾ ਹੈ ਉਹ ਜਿਹੜਾ ਤੁਹਾਡੀ ਬੱਚੀ ਨੇ ਅਚੀਵ ਕਰ ਲਿਆ ਹੈਗਾ, ਫਿਰ ਪਹਿਲਾਂ ਤਾਂ ਇਹ ਦੱਸੋ ਖੁਸ਼ੀ ਕਿੰਨੀ ਕੁ ਹੋਈ ਸੀਗੀ? ਬਹੁਤ ਜ਼ਿਆਦਾ ਖੁਸ਼ੀ ਹੋਈ ਸੀ, ਬਹੁਤ ਜ਼ਿਆਦਾ ਖੁਸ਼ੀ ਬਹੁਤ ਜ਼ਿਆਦਾ ਸੀ। ਵੈਸੇ ਨਾ ਮੈਂ ਦੇਖ ਰਿਹਾ ਹੈਗਾ ਆਪਣਾ ਪਰਿਵਾਰ ਵੀ ਮੱਧ ਵਰਗੀ ਜਿਹਾ ਪਰਿਵਾਰ ਹੈ ਹਨਾ, ਕੋਈ ਜ਼ਿਆਦਾ ਵਧੀਆ ਫੈਮਿਲੀ ਚੋਂ ਨਹੀਂ ਕਹਿ ਸਕਦੇ ਆਪਾਂ, ਜਿਵੇਂ ਕਹਿੰਦੇ ਇੱਕ ਮਿਹਨਤਕਸ਼ ਫੈਮਿਲੀ ਦੇ ਵਿੱਚੋਂ ਕਹਾਂਗੇ ਆਪਾਂ। ਫਿਰ ਸੀ ਕਦੇ ਸੁਪਨਾ ਜਾਂ ਫਿਰ ਕਦੇ ਮਨ ਦੇ ਵਿੱਚ ਸੋਚਿਆ ਸੀਗਾ ਵੀ ਇੱਕ ਛੋਟੇ ਜਿਹੇ ਘਰ ਦੇ ਵਿੱਚੋਂ ਮੇਰੀ ਬੱਚੀ ਉੱਠ ਕੇ ਐਡੇ ਵੱਡੇ ਮੁਕਾਮ ਤੇ ਚਲੀ ਜਾਊਗੀ? ਨਹੀਂ ਸੋਚਿਆ ਨਹੀਂ ਸੀ ਮੈਂ ਜਾਊਂਗੀ ਜੇ, ਨਹੀਂ ਸੋਚਿਆ ਸੀ। ਹੁਣ ਤਾਂ ਫਿਰ ਆਪਣੀ ਬੇਟੀ ਦਾ ਮੈਂ ਕਿਹਾ ਪੂਰੀ ਟੌਰ ਹੋ ਗਈ ਹੈਗੀ ਹੈ, ਲੋਕ ਵੀ ਪੁੱਛਦੇ ਨੇ ਕਿ ਵੀ ਭਾਈ ਕੁੜੀ ਜਾ ਕੇ ਆਈ ਹੈ ਕਿ ਇੰਟਰਵਿਊ ਵਾਲੇ ਵੀ ਆ ਰਹੇ ਨੇ, ਚੈਨਲ ਵਾਲੇ ਆ ਰਹੇ ਨੇਗੇ। ਹੁਣ ਤਾਂ ਫਿਰ ਇੱਕ ਦਿਲ ਨੂੰ ਖੁਸ਼ੀ ਤਾਂ ਹੁੰਦੀ ਹੋਗੀ ਵੀ ਇੱਕ ਛੋਟੇ ਜਿਹੇ ਘਰ ਦੇ ਵਿੱਚ ਉੱਠ ਕੇ ਕੁੜੀ ਨੇ ਸਾਡਾ ਨਾਮ ਰੋਸ਼ਨ ਕੀਤਾ। ਬਹੁਤ ਜ਼ਿਆਦਾ ਖੁਸ਼ੀ ਹੋਗੀ ਜੀ, ਪਾਰਲੀਮੈਂਟ ਜਾ ਕੇ ਆਇਆ, ਕੁੜੀ ਬਹੁਤ ਖੁਸ਼ੀ ਹੋਈ ਅਸੀਂ। ਕੀ ਬਾਤ। ਹਾਂਜੀ ਬੇਟਾ, ਫਿਰ ਜਦੋਂ ਹੁਣ ਤੁਸੀਂ ਨਾ ਪਾਰਲੀਮੈਂਟ ਚਲੋ ਜਾਏ ਹੈ ਨਾ, ਜਿਵੇਂ ਫਰੈਂਡ ਸਰਕਲ ਦੇ ਵਿੱਚ ਅਕਸਰ ਕੀ ਹੁੰਦਾ ਨਾ, ਜਿਵੇਂ ਆਪਣਾ ਫਰੈਂਡ ਸਰਕਲ ਹੁੰਦਾ ਗਾ, ਜਦੋਂ ਕੋਈ ਬੰਦਾ ਕਿਤੇ ਵੀ ਜਾ ਕੇ ਆਉਂਦਾ ਟ੍ਰਿਪ ਤੇ ਲਾ ਲਈ ਹੈ ਨਾ, ਜਾਂ ਫਿਰ ਕਿਵੇਂ ਵਿਕੇਸ਼ਨ ਤੇ ਜਾ ਕੇ ਆਉਂਦਾ ਗਾ, ਫਿਰ ਉਹ ਗੱਲਾਂ ਸ਼ੁਰੂ ਹੋ ਜਾਂਦੀਆਂ ਨੇਗੀਆਂ ਹੈ ਨਾ, ਵੀ ਬਈ ਕੀ ਕੁਛ ਦੇਖਿਆ ਉੱਥੇ, ਜਾਂ ਫਿਰ ਕਿਹੋ ਜਿਹਾ ਐਕਸਪੀਰੀਅੰਸ ਰਿਹਾ, ਜਾਂ ਫਿਰ ਕੀ ਇੰਜੋਏ ਕੀਤਾ। ਫਿਰ ਜਿਹੜੇ ਤੁਹਾਡੇ ਫਰੈਂਡ ਸਰਕਲ, ਤੁਹਾਡੇ ਜਿਹੜੀਆਂ ਫਰੈਂਡ ਹੋਣਗੀਆਂ, ਉਹ ਤਾਂ ਫਿਰ ਮੈਂ ਕਹਿੰਦਾ ਉਸ ਤੋਂ ਬਾਅਦ ਤਾਂ ਦਿਮਾਗ ਖਾ ਲਿਆ ਹੋਊਗਾ ਪੁੱਛ ਕੇ ਵੀ ਕੀ ਕੁਛ ਕਰਕੇ ਹਾਂਜੀ ਬਿਲਕੁਲ। ਮੇਰੇ ਜਿਹੜੇ ਨਾਲ ਦੇ ਮੇਰੇ ਕਲੀਗਸ ਨੇ, ਸਟਾਫ ਮੈਂਬਰਸ ਨੇ ਜਿੱਥੇ ਮੈਂ ਪੜ੍ਹਾ ਰਹੀ ਹਾਂ ਫਿਲਹਾਲ, ਉਹਨਾਂ ਨੇ ਵੀ ਮੈਨੂੰ ਪੁੱਛਿਆ ਤੇ ਜਿਵੇਂ ਮੈਂ ਦੱਸ ਰਹੀ ਸੀ ਉਹਨਾਂ ਨੂੰ ਸਾਰੀਆਂ ਗੱਲਾਂ, ਤੇ ਉਨੀ ਜ਼ਿਆਦਾ ਉਹਨਾਂ ਦੇ ਵਿੱਚ ਵੀ ਐਕਸਾਈਟਮੈਂਟ ਇੱਕ ਜਾਗ ਗਈ। ਉਹ ਵੀ ਖੁਦ ਵੀ ਇਮੈਜਿਨ ਕਰ ਰਹੇ ਸੀ ਵੀ ਹਾਂ ਤੂੰ ਇੱਥੇ ਜਾ ਕੇ ਆਈ ਆ, ਤੂੰ ਇਹਨਾਂ ਨੂੰ ਮਿਲੀ ਆ, ਤੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਮੇਰਾ ਤਾਂ। ਨਰਿੰਦਰ ਮੋਦੀ ਜੀ ਤੋਂ ਇਲਾਵਾ ਵੈਸੇ ਹੋਰ ਕਿਹੜੇ ਸ਼ਖਸੀਅਤਾਂ ਨੂੰ ਦੇਖਣ ਦਾ ਮੌਕਾ ਮਿਲਿਆ? ਜਿਹੜੇ ਲੋਕ ਸਭਾ ਦੇ ਸਪੀਕਰ ਨੇ ਸ਼੍ਰੀ ਓਮ ਬਿਰਲਾ ਜੀ, ਉਹ ਪੂਰੇ ਇਵੈਂਟ ਸਾਡੇ ਨਾਲ ਰਹੇ। ਪੂਰੇ ਇਵੈਂਟ ਸਾਡੇ ਨਾਲ ਰਹੇ ਤੇ ਉਹਨਾਂ ਨਾਲ ਫੋਟੋ ਵੀ ਹੋਈ, ਗਰੁੱਪ ਫੋਟੋ ਵੀ ਹੋਈ ਹੈ। ਬਿਲਕੁਲ ਤੁਹਾਡੇ ਸਕਰੀਨ ਦੇ ਉੱਤੇ ਫੋਟੋ ਦੇ ਸ਼ਾਟ ਚੱਲ ਵੀ ਰਹੇ ਹੋਣਗੇ। ਰਾਜ, ਫਿਰ ਹੋਰ ਕਿਦਾਂ ਦਾ ਮੈਂ ਕੋਈ ਜਿਹੀ ਨਾ ਇੱਕ ਜਿਵੇਂ ਕਹਿੰਦੇ ਕੋਈ ਵੀ ਸਫ਼ਰ ਹੁੰਦਾ ਗਾ ਆਪਣਾ ਨਾ, ਜਾਂ ਫਿਰ ਕੋਈ ਵੀ ਜਦੋਂ ਇੱਕ ਆਪਾਂ ਵਿਕੇਸ਼ਨ ਤੇ ਜਾਂਦੇ ਆਂਗੇ, ਯਾਦਾਂ ਹੋ ਜਾਂਦੀਆਂ ਨੇਗੀਆਂ ਉਹ ਵਿਕੇਸ਼ਨ ਦੀਆਂ ਨਾ, ਜਾਂ ਫਿਰ ਉਹ ਲੋਕੇਸ਼ਨ ਦੀਆਂ, ਕਿ ਕੋਈ ਅਜਿਹੀ ਅਨੋਖੀ ਯਾਦ ਜਿਹੜੀ ਤੁਹਾਡੇ ਦਿਲ ਦੇ ਬੜੀ ਕਰੀਬ ਹੋਵੇ, ਜਿਹਨੂੰ ਤੁਸੀਂ ਕਦੇ ਨਾ ਭੁੱਲ ਸਕੋ, ਜਾਂ ਫਿਰ ਉਹਨੂੰ ਹਰ ਇੱਕ ਨਾਲ ਸਾਂਝੀ ਕਰਦੇ ਹੋਵੇ, ਕੋਈ ਅਜਿਹੀ ਯਾਦ ਹੈ ਉਸ ਫਿਰ ਪਾਰਲੀਮੈਂਟ ਦੀ? ਹਾਂਜੀ ਬਿਲਕੁਲ। ਮਤਲਬ ਕਿ ਉੱਥੇ ਇੱਕ ਹੈ ਕਿ ਜੋ ਅਲੱਗ-ਅਲੱਗ ਸਟੇਟ ਦੇ ਵਿੱਚੋਂ ਬੱਚੇ ਆਏ ਸੀ, ਕੋਈ ਕਰਨਾਟਕ ਤੋਂ ਸੀ, ਕੋਈ ਤਾਮਿਲਨਾਡੂ ਤੋਂ ਸੀ, ਕੋਈ ਅਸਾਮ ਦਾ ਸੀ, ਅਸੀਂ ਪੰਜਾਬ ਤੋਂ ਗਏ ਸੀ, 3 ਜਣੇ ਗਏ ਸੀ ਅਸੀਂ। ਤੇ ਉਹਨਾਂ ਨਾਲ ਗੱਲਾਂ ਕਰਕੇ ਇੱਦਾਂ ਲੱਗਦਾ ਸੀ ਜਿਵੇਂ ਕਿ ਇੱਕ ਵਰਡ ਹੈ ਨਾ ਜੋ ਆਪਾਂ ਹਰ ਸਪੀਚ ਦੇ ਵਿੱਚ ਬੋਲਦੇ ਆ, ਯੂਨਿਟੀ ਇਨ ਡਾਈਵਰਸਿਟੀ, ਤੇ ਉਹ ਚੀਜ਼ ਦੇਖਣ ਨੂੰ ਮਿਲੀ ਵੀ ਆਪਾਂ ਭਾਰਤ ਦੇ ਵਿੱਚ, ਆਲ ਓਵਰ ਇੰਡੀਆ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਲੋਕ ਰਹਿ ਰਹੇ ਆ, ਵੱਖ-ਵੱਖ ਭਾਸ਼ਾਵਾਂ ਦੇ ਲੋਕ ਰਹਿ ਰਹੇ ਆ। ਤੇ ਫਿਰ ਵੀ ਉੱਥੇ ਜਾ ਕੇ ਪਹਿਲੇ ਦਿਨ ਤਾਂ ਬਹੁਤ ਹੀ ਔਡ ਫੀਲ ਹੋ ਰਿਹਾ ਸੀ ਵੀ ਕਿਵੇਂ ਉਹਨਾਂ ਨਾਲ ਗੱਲਬਾਤ ਕਰੀਏ, ਪਰ 25 ਤਰੀਕ ਦਾ ਜੋ ਇਵੈਂਟ ਸੀ, ਅਸੀਂ ਪੂਰਾ ਦਿਨ ਇਕੱਠੇ ਰਹੇ, ਬਹੁਤ ਸਾਰੀਆਂ ਗੱਲਾਂ ਹੋਈਆਂ ਆਪਸ ਦੇ ਵਿੱਚ, ਤੇ ਉਹ ਮਤਲਬ ਕਿ ਉਹ ਮੂਮੈਂਟ ਬਹੁਤ ਹੀ ਪ੍ਰੈਸ਼ੀਅਸ ਸੀ ਮੇਰੇ ਲਈ, ਕਿਉਂਕਿ ਮੈਂ ਦੂਸਰੇ ਧਰਮਾਂ ਦੇ ਨਾਲ ਮਿਲ ਰਹੀ ਸੀ, ਉਹਨਾਂ ਨਾਲ ਕੰਟੈਕਟ, ਉਹਨਾਂ ਨਾਲ ਕਨਵਰਸੇਸ਼ਨ ਕਰਕੇ ਬਹੁਤ ਵਧੀਆ ਲੱਗਿਆ ਮੈਨੂੰ। ਵੈਸੇ ਜੇਕਰ ਗੱਲ ਕਰੀਏ, ਚਲੋ ਪਾਰਲੀਮੈਂਟ ਤਾਂ ਤੁਸੀਂ ਜਾਇਆ ਨਾ, ਵੈਸੇ ਨਾ ਪਾਰਲੀਮੈਂਟ ਤੇ ਫਿਰ ਜੇਕਰ ਜਦੋਂ ਪਾਰਲੀਮੈਂਟ ਦਾ ਜ਼ਿਕਰ ਆਉਂਦਾ ਹੈ ਤਾਂ ਨਾਲ ਪੋਲੀਟੀਕਲ ਲਾਈਨ ਦਾ ਵੀ ਜ਼ਿਕਰ ਆਉਂਦਾ ਹੁੰਦਾ ਹੈਗਾ ਨਾ, ਫਿਰ ਕੋਈ ਦਿਲ ਦੇ ਵਿੱਚ ਹੁਣ ਪਾਰਲੀਮੈਂਟ ਜਾਣ ਤੋਂ ਬਾਅਦ ਜਾਂ ਫਿਰ ਉਸ ਤੋਂ ਪਹਿਲਾਂ ਕੋਈ ਪੋਲੀਟੀਕਲ ਲਾਈਨ ਦੇ ਵਿੱਚ ਜਾਣ ਦਾ ਇੰਟਰਸਟ ਤਾਂ ਨਹੀਂ ਬਣ ਰਿਹਾ? ਕਿਉਂਕਿ ਅੱਜ ਕੱਲ੍ਹ ਲੀਡਰਾਂ ਦੇ ਵਿੱਚ ਜਿਵੇਂ ਕਹਿੰਦੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੋਈ ਹੈਗੀ, ਕਾਫੀ ਆਫਰ ਚੱਲ ਰਹੇ ਨੇਗੇ, ਕੋਈ ਹੈ ਦਿਲ ਦੇ ਵਿੱਚ ਇੱਛਾ ਕਿ ਹੁਣ ਪਾਰਲੀਮੈਂਟ ਜਾ ਤਾਂ ਆਈਆਂ ਗੀ, ਫਿਰ ਦੁਬਾਰੇ ਵੀ ਜਾਣਾਗਾ, ਜਾਂ ਫਿਰ ਕੋਈ ਲੀਡਰ ਪੋਲੀਟੀਕਲ ਲਾਈਨ ਦੇ ਵਿੱਚ ਜਾ ਕੇ ਕੁਛ ਇੱਦਾਂ ਦਾ ਤਾਂ ਨਹੀਂ ਹੈ? ਨਹੀਂ, ਇੱਦਾਂ ਦਾ ਤਾਂ ਨਹੀਂ ਹੈ, ਪਰ ਸੋਚ ਰਹੀ ਹਾਂ ਕਿ ਪਾਰਲੀਮੈਂਟ ਫੇਰ ਜਾਣ ਦਾ ਮੌਕਾ ਮਿਲੇ, ਫੇਰ ਮੌਕਾ ਮਿਲੇ, ਕਿਉਂਕਿ ਉੱਥੋਂ ਦਾ ਮਾਹੌਲ ਹੀ ਮੈਨੂੰ ਬਹੁਤ ਵਧੀਆ ਲੱਗਿਆ। ਕਿਉਂਕਿ ਉੱਥੇ ਜਿੱਥੋਂ ਦੀ ਪਹਿਲਾਂ ਕਦੇ ਮਹਾਤਮਾ ਗਾਂਧੀ ਜੀ ਜਾਂ ਜਵਾਹਰ ਲਾਲ ਨਹਿਰੂ ਜੀ ਜਾਂ ਅਟਲ ਬਿਹਾਰੀ ਵਾਜਪੇਈ ਜਿੱਥੋਂ ਦੀ ਲੰਘ ਕੇ ਗੁਜ਼ਰ ਕੇ ਗਏ, ਅਸੀਂ ਉਹਨਾਂ ਰਾਹਾਂ ਤੋਂ ਤੁਰ ਕੇ ਗਏ ਹਾਂ। ਬਹੁਤ ਹੀ ਜ਼ਿਆਦਾ ਪ੍ਰਾਊਡ ਫੀਲ ਹੁੰਦਾ ਮੈਨੂੰ। ਮੈਂ ਮਤਲਬ ਕਿ ਮੇਰੇ ਕੋਲ ਸ਼ਬਦ ਨਹੀਂ ਹੈਗੇ ਬੋਲਣ ਵਾਸਤੇ ਵੀ ਮੈਂ ਕਿੰਨਾ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ। ਬਿਲਕੁਲ। ਤੇ ਜਿਹੜਾ
ਭਾਸ਼ਣ ਜਿਹੜਾ ਉਹ ਤੁਹਾਡਾ ਸਪੀਚ ਦਾ ਕੰਪੀਟੀਸ਼ਨ ਹੋਇਆ ਸੀਗਾ ਜਿਹਦੇ ਵਿੱਚ ਤੁਸੀਂ ਇਹ ਮੁਕਾਮ ਹਾਸਲ ਕੀਤਾ, ਉਹ ਕੰਪੀਟੀਸ਼ਨ ਦੇ ਵਿੱਚ ਫਿਰ ਜਦੋਂ ਸ਼ੁਰੂਆਤ ਹੋਈ ਸੀ ਕਿੰਨੇ ਕੁ ਪਾਰਟਿਸਿਪੇਟ ਸੀਗੇ ਜਿਨ੍ਹਾਂ ਨੇ ਹਿੱਸਾ ਲਿੱਤਾ ਸੀ? ਪਾਰਟਿਸਿਪੈਂਟਸ ਕਾਫੀ ਸੀ, ਜਿਵੇਂ ਨਵਾਂ ਸ਼ਹਿਰ ਤੋਂ ਕੋਈ ਸੀ, ਬਰਨਾਲੇ ਤੋਂ ਵੀ ਬਹੁਤ ਜਾਣੇ ਸੀ, ਤੇ ਪਟਿਆਲੇ ਤੋਂ ਅਲੱਗ-ਅਲੱਗ ਮੇਬੀ 10 ਤੋਂ 15 ਜ਼ਿਲ੍ਹਿਆਂ ਦੇ ਬੱਚੇ ਸੀਗੇ। ਹਰੇਕ ਜ਼ਿਲ੍ਹੇ ਦੇ ਵਿੱਚੋਂ ਮੋਸਟਲੀ 5 ਜਾਂ 7 ਜਾਣੇ ਤਾਂ ਸੀਗੇ। ਹਾਂਜੀ, ਉਹਨਾਂ ਦੇ ਵਿੱਚ ਕੰਪੀਟੀਸ਼ਨ ਹੋਇਆ ਸਪੀਚ ਦਾ, ਚਾਹੇ ਇੰਗਲਿਸ਼ ਦੇ ਵਿੱਚ ਚਾਹੇ ਪੰਜਾਬੀ ਦੇ ਵਿੱਚ, ਤੇ ਉਹਨਾਂ ਦੇ ਵਿੱਚੋਂ ਹੀ ਉਹਨਾਂ ਨੇ ਸਪੀਚ ਸਾਰਿਆਂ ਦੀ ਸੁਣ ਕੇ ਫਿਰ ਮੈਨੂੰ ਤੇ ਇੱਕ ਹੋਰ ਬਰਨਾਲੇ ਤੋਂ ਹੈ ਮੁੰਡਾ, ਉਹਨਾਂ ਸਾਡੀ ਦੋਨਾਂ ਦੀ ਸਿਲੈਕਸ਼ਨ ਹੋਈ ਸੀ। ਹਾਂਜੀ, ਪਰ ਕਈ ਵਾਰ ਕੀ ਹੁੰਦਾ ਨਾ ਰਾਜੇ, ਜਦੋਂ ਮੰਨ ਲਓ ਆਪਾਂ ਕਿਸੇ ਵੀ ਕੰਪੀਟੀਸ਼ਨ ਦੇ ਵਿੱਚ ਜਾਂਦੇ, ਜਦੋਂ ਲੱਗਦਾਗਾ ਵੀ ਮੇਰੇ ਨਾਲ ਦੇ ਪਾਰਟਿਸਿਪੇਟ ਕਰਨ ਵਾਲੇ ਤਾਂ ਹੋਰ ਬਹੁਤ ਜਾਣੇ ਹੁੰਦੇ ਨੇ ਨਾ, ਕਈ ਵਾਰ ਜਾ ਕੇ ਬੱਚੇ ਦਾ ਨਾ ਉੱਥੇ ਮਨ ਘਬਰਾ ਜਾਂਦਾ ਹੈਗਾ, ਜਾਂ ਫਿਰ ਬੱਚਾ ਵੈਸੇ ਕਈ ਵਾਰ ਮਨ ਜਾਂ ਹੌਸਲਾ ਟੁੱਟ ਜਾਂਦਾ ਯਾਰ ਵੀ ਇੰਨੇ ਜਾਣੇ ਨੇਗੇ, ਮੇਰਾ ਪਤਾ ਨਹੀਂ ਮੈਂ ਸਿਲੈਕਟ ਹੋਊਂਗੀ ਵੀ ਜਾਂ ਨਾ, ਹਨਾ। ਫਿਰ ਇਦਾਂ ਦੇ ਸਵਾਲ ਤਾਂ ਨਹੀਂ ਜ਼ਿਹਨ ਦੇ ਵਿੱਚ ਚੱਲੇ ਸੀ? ਨਹੀਂ, ਓਬਵੀਅਸਲੀ ਇਹ ਤਾਂ ਨਰਵਸਨੈਸ ਤਾਂ ਹੁੰਦੀ ਹੈ, ਕਿਉਂਕਿ ਆਨਲਾਈਨ ਸੀ, ਘਰੇ ਹੀ ਹੋਇਆ ਸੀ, ਤੇ ਕਾਫੀ ਵਧੀਆ ਸਾਰਿਆਂ ਦਾ ਪਾਰਟਿਸਿਪੇਸ਼ਨ ਬਹੁਤ ਵਧੀਆ ਰਹੀ ਜੀ। ਤੇ ਬਾਅਦ ਦੇ ਵਿੱਚ ਐਕਚੁਅਲੀ ਮੇਰਾ ਨਾਮ ਨਹੀਂ ਆਇਆ ਸੀ। ਬਾਅਦ ਦੇ ਵਿੱਚ ਪਟਿਆਲੇ ਤੋਂ ਪਤਾ ਨਹੀਂ ਕੋਈ ਮੈਮ ਨੇ, ਮੈਂ ਉਹਨਾਂ ਦਾ ਨਾਮ ਨਹੀਂ ਜਾਣਦੀ, ਉਹਨਾਂ ਨੇ ਸਪੈਸ਼ਲੀ ਮੇਰਾ ਨਾਮ ਲਿਆ। ਮੇਰੀ ਸਪੀਚ ਜਿਨ੍ਹਾਂ ਨੇ ਤਿਆਰ ਕਰਵਾਈ ਆ, ਥੈਂਕਸ ਟੂ ਹਰ, ਕਿਉਂਕਿ ਉਹ ਮੇਰੀ ਬੈਸਟ ਫਰੈਂਡ ਹੈ, ਮੇਰੀ ਕਲਾਸਮੇਟ ਹੈ, ਜਿਹਨੇ ਮੇਰੀ ਸਪੀਚ ਤਿਆਰ ਕਰਵਾਈ ਹੈ। ਬਹੁਤ ਹੈਲਪ ਕੀਤਾ ਉਹਨੇ ਮੇਰੇ, ਮਤਲਬ ਕਿ ਇੱਥੋਂ ਵੀ ਉਹਨੇ ਸਾਰਾ ਟਿਕਟ ਵਗੈਰਾ ਦਾ ਸਭ ਕੁਝ ਉਹਨੇ ਕੀਤਾ, ਉਹਨਾਂ ਨੇ ਕਰਕੇ ਦਿੱਤਾ ਮੈਨੂੰ। ਕੀ ਬਾਤ ਹੈ। ਹਾਂਜੀ, ਤੋਂ ਪਹਿਲਾਂ ਨਮਸਕਾਰ, ਠੀਕ ਹੋ ਜੀ? ਸਤਿ ਸ੍ਰੀ ਅਕਾਲ ਜੀ। ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਜੀ, ਬੱਚੇ ਨੇ ਨਾਮ ਰੌਸ਼ਨ ਕੀਤਾ ਜੀ ਤੁਹਾਡਾ। ਮਾਲਕ ਤੁਹਾਨੂੰ ਪ੍ਰਵਾਨ ਕਰੇ। ਪਹਿਲਾਂ ਤਾਂ ਮੈਂ ਪੁੱਛਣਾ ਚਾਹੂੰਗਾ ਜੀ, ਫਿਰ ਚਲੋ ਮਾਤਾ ਜੀ ਨਾਲ ਵੀ ਸਾਡੀ ਗੱਲਬਾਤ ਹੋਈ ਹੈ ਨਾ, ਚਲੋ ਬੱਚੀ ਨਾਲ ਤਾਂ ਸਾਡੀਆਂ ਹੋਈ ਰਹੀਆਂ ਨੇਗੀਆਂ, ਫਿਰ ਜਦੋਂ ਪਤਾ ਲੱਗਿਆ ਸੀਗਾ ਵੀ ਇੱਕ ਛੋਟੇ ਜਿਹੇ ਘਰ ਦੇ ਵਿੱਚੋਂ ਉੱਠ ਕੇ ਬੱਚੀ ਪਾਰਲੀਮੈਂਟ ਤੱਕ ਪਹੁੰਚ ਰਹੀ ਹੈਗੀ, ਪਾਰਲੀਮੈਂਟ ਤੱਕ ਜਾਣ ਲੱਗੀ ਹੈਗੀ, ਭਾਵਨਾਵਾਂ ਕਿੱਦਾਂ ਦੀਆਂ ਸੀਗੀਆਂ? ਭਾਵਨਾਵਾਂ ਦਾ ਮੈਨੂੰ ਕੋਈ ਇੰਨਾ ਹੈ ਨਹੀਂ ਸੀਗਾ ਜੀ ਵੀ ਜਾ ਵੜੂਗੀ ਉੱਥੇ, ਤੇ ਫਿਰ ਇਹ ਕਹਿੰਦੇ ਜਾਣਾਗਾ, ਮੈਂ ਕਿਹਾ ਵੀ ਚੱਲ ਤੁਸੀਂ ਜਾ ਵੜੋ, ਮੇਰਾ ਸਰਤਾ ਨਹੀਂਗਾ ਵੀ ਮੈਂ ਘਰੇ ਰਹਿਣਾ, ਮੈਂ ਤੁਹਾਨੂੰ ਖੋਜਾਂ ਤੋਰ ਕੇ। ਹਾਂ ਜੀ, ਫਿਰ ਮੇਰੇ ਚਾਚੇ ਤਾਇਆ ਨੇ ਵੀ ਕਿਹਾ ਵੀ ਇੰਨਾ ਮੌਕਾ ਮਿਲਿਆ ਇਹਨੂੰ ਗੁੱਡੀ ਨੂੰ, ਤੈਨੂੰ ਤੂੰ ਕਿਉਂ ਇਹਨਾਂ ਨੂੰ ਜਾਣ ਦੇ। ਹਾਂ ਜੀ, ਫਿਰ ਇਹਨੂੰ ਮੈਂ ਜਾਣ ਦਿੱਤਾ, ਤੇ ਚੜਾ ਕੇ ਆਏ ਆ, ਰਾਤ ਨੂੰ ਲੈ ਕੇ ਵੀ ਆਏ ਆ ਗੱਡੀ ਤੇ। ਹਾਂ ਜੀ, ਖੁਸ਼ੀ ਤਾਂ ਹੁੰਦੀ ਆ ਫਿਰ ਮਨ ਦੇ ਵਿੱਚ ਵੀ ਬੱਚੀ ਨੇ ਸਾਡਾ ਨਾਮ ਰੌਸ਼ਨ ਕੀਤਾ। ਹਾਂ, ਬਹੁਤ ਰੋਸ਼ਨ ਕੀਤਾ ਜੀ, ਤੇ ਬੱਚੀ ਨੇ ਨਾਮ ਸਾਡਾ, ਇੰਨੀ ਉਮੀਦ ਹੈ ਨਹੀਂ ਸੀ ਸਾਨੂੰ, ਉਮੀਦ ਹੈ ਨਹੀਂ ਸੀ ਜਿੰਨੀ ਹੋ ਗਈ ਸਾਨੂੰ ਜੀ। ਕੀ ਬਾਤ ਹੈ, ਬਹੁਤ ਖੁਸ਼ੀਆਂ ਜੀ। ਫਿਰ ਵੀ ਮੰਨ ਲਓ ਹੁਣ ਜਿਵੇਂ ਕਹਿ ਸਕਦੇ ਵੀ ਅੱਗੇ ਤੋਂ ਜਿਵੇਂ ਬੱਚੇ ਨੇ ਜਿਵੇਂ ਨਾਮ ਰੌਸ਼ਨ ਕੀਤਾ, ਬੱਚੀ ਹੁਣ ਜਿਵੇਂ ਕਹਿ ਰਹੀ ਆ ਵੀ ਮੈਂ ਫਿਰ ਤੋਂ ਜੇਕਰ ਮੌਕਾ ਮਿਲੇ ਫਿਰ ਵੀ ਜਾਣਾ ਚਾਹੂਗੀ, ਤਾਂ ਨਾਲ ਖੜੇ ਹੋ? ਹਾਂ ਜੀ, ਹਾਂ, ਨਾਲ ਖੜੇ ਹਾਂ ਜੀ, ਤੋਰਾਂਗੇ ਜੀ ਜਿੱਤੇ ਜਾਊਗੀ। ਕੀ ਬਾਤ ਹੈ, ਨਾਲ ਬਹੁਤ ਧੰਨਵਾਦ ਜੀ, ਬਹੁਤ ਚੰਗਾ ਲੱਗਾ। ਬਹੁਤ ਬਹੁਤ ਧੰਨਵਾਦ। ਬਹੁਤ ਥੈਂਕ ਯੂ ਰਾਜੇਸ਼, ਸ਼ੁਕਰੀਆ। ਥੈਂਕ ਯੂ ਸਰ। ਸੋ ਦੋਸਤੋ, ਅੱਜ ਮੁਲਾਕਾਤ ਕੀਤੀ ਹੈ ਬੱਚੀ ਨਾਲ, ਡਿੰਪੀ ਨਾਲ ਮੁਲਾਕਾਤ ਹੋਈ ਹੈਗੀ। ਮੁਲਾਕਾਤ ਕਰਕੇ ਨਾ ਇੱਕ ਹੌਸਲਾ ਮਿਲਿਆ ਜ਼ਿੰਦਗੀ ਦੇ ਜਿਉਣ ਦਾ, ਕਿਉਂਕਿ ਨਾ ਅਕਸਰ ਜਿਵੇਂ ਪਹਿਲਾਂ ਵੀ ਗੱਲ ਦੁਹਰਾਈ ਸੀ ਕਿ ਜ਼ਿੰਦਗੀ ਦੇ ਵਿੱਚ ਇੱਕ ਅਜਿਹਾ ਮੁਕਾਮ ਮਿਲਦਾ ਹੈ, ਇੱਕ ਅਜਿਹਾ ਪੜਾਅ ਆਉਂਦਾ ਹੈ ਜੋ ਜ਼ਿੰਦਗੀ ਦਾ ਰੁੱਖ ਬਦਲ ਕੇ ਰੁੱਖ ਬਦਲ ਕੇ ਰੱਖ ਦਿੰਦਾ ਹੈ। ਸੋ ਅੱਜ ਇੱਕ ਅਜਿਹੀ ਮਿਸਾਲ ਨਾਲ, ਅਜਿਹੀ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਾਈ ਹੈ। ਮੈਨੂੰ ਉਮੀਦ ਇਹੀ ਹੈ ਤੁਹਾਡੇ ਵੀ ਜ਼ਿਹਨ ਦੇ ਵਿੱਚ ਜੋ ਸੁਪਨੇ ਚੱਲ ਰਹੇ ਨੇ, ਜਾਂ ਫਿਰ ਕੋਈ ਵੀ ਮੁਕਾਮ ਹਾਸਲ ਕਰਨ ਦਾ ਕੋਈ ਟੀਚਾ ਮਿਥਿਆ ਹੋਇਆ ਹੈ, ਉਹਨੂੰ ਸਾਕਾਰ ਕਰਨ ਲਈ ਜ਼ਰੂਰ ਉਦਮ ਕਰੋਗੇ। ਉਮੀਦ ਇਹੀ ਹੈ ਵੀਡੀਓ ਚੰਗੀ ਲੱਗੀ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਤਾਂ ਕਿ ਅਜਿਹੀਆਂ ਸ਼ਖਸੀਅਤ ਨਾਲ, ਅਜਿਹੀਆਂ ਬੱਚੀਆਂ ਨਾਲ ਜੋ ਸਮਾਜ ਦਾ ਨਾਮ ਰੌਸ਼ਨ ਕਰ ਰਹੀਆਂ ਨੇਗੀਆਂ, ਸਮਾਜ ਨੂੰ ਅੱਗੇ ਲੈ ਕੇ ਆ ਰਹੀਆਂ ਨੇ, ਉਹਨਾਂ ਦੀ ਸਮੇਂ ਸਿਰ ਤੁਹਾਡੀ ਮੁਲਾਕਾਤ ਕਰਾਈ ਦੀ। ਉਦੋਂ ਤੱਕ ਜੁੜੇ ਰਹੋ। ਮੈਨੂੰ ਯਾਨੀ ਕਿ ਹਰਦੀਪ ਸ਼ੇਰਪਨ ਦਿਓ ਇਜਾਜ਼ਤ। ਧੰਨਵਾਦ।